व्यूअर्स वेलकम बैक टू प्रोग्राम। सो व्यूअर्स आने वाले सैक्शन में आप पहुंच चुके हैं। इस आप गलबात करन जा रहे हैं कि व्यूअर्स इवें लगता है कि भारत सरकार ਦੀਆਂ ਏਜੰਸੀਆਂ ਵੱਲੋਂ ਪੰਜਾਬ ਵਿੱਚ 1980 और 90 ਦੇ ਦੌਰ ਵਾਂਗ ਸਿੱਖ ਨਸਲਕੁਸ਼ੀ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ। ਝੂਠੇ ਪੁਲਿਸ ਮੁਕਾਬਲੇ ਵੀ ਸ਼ੁਰੂ ਹੋ ਗਏ ਨੇ ਅਤੇ ਪੁਲਿਸ ਵੱਲੋਂ ਧੱਕੇਸ਼ਾਹੀ ਵੀ ਧੜੱਲੇ ਨਾਲ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਦੋ ਅੱਡ-ਅੱਡ ਪਲੇਟਫਾਰਮਸ ਤੋਂ ਸਿੱਖ ਕੌਮ ਦੇ ਖਿਲਾਫ ਜੰਗ ਬੜੀ ਤੇਜ਼ ਕੀਤੀ ਹੈ ਜੀ। ਇੱਕ ਤਾਂ ਸਿੱਖ ਇੰਸਟੀਟਿਊਸ਼ਨਸ ਨੂੰ ਡਿਸਟਰੋਏ ਕਰਨਾ। ਅਸੀਂ ਆਲਰੇਡੀ ਜ਼ਿਕਰ ਕਰਦੇ ਹਾਂ ਕਿ ਵੀ ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਤਾਂ ਉਹਨਾਂ ਦੇ ਕੰਟਰੋਲ 'ਚ ਹੈ ਸਿੱਧੇ ਮਨਜਿੰਦਰ ਸਿਰਸਾ ਤਾਂ ਹੁਣ ਜਿਹੜਾ ਉਹ ਦਿੱਲੀ ਕਮੇਟੀ ਵੀ ਹੈ ਤੇ ਉਹ ਵਜ਼ੀਰ ਵੀ ਹੈ। ਦਿੱਲੀ ਦੀ ਬੀਜੇਪੀ ਹਕੂਮਤ ਜਿੱਥੇ ਬਣਾਈ ਹੈ ਉਹਨੇ ਰੇਖਾ ਬੀਬੀ ਨੇ ਜੀ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਅਕਾਲ ਤਖਤ ਔਰ ਸ਼੍ਰੋਮਣੀ ਕਮੇਟੀ ਔਰ ਕਿਵੇਂ ਇਹਨਾਂ 'ਚੋਂ ਹੀ ਦਲਜੀਤ ਚੀਮਾ, ਸੁਖਬੀਰ ਬਾਦਲ ਐਂਡ ਕੰਪਨੀ ਜਿਨ੍ਹਾਂ ਨੇ ਅਕਾਲ ਤਖਤ ਦੇ ਖਿਲਾਫ ਹੀ ਬਗਾਵਤ ਖੁੱਲ੍ਹੇਆਮ ਕਰਕੇ ਇਹਦੇ ਬਾਵਜੂਦ ਪੁਰਾਣੇ ਜਥੇਦਾਰ ਤੌਰ 'ਤੇ ਨਵਾਂ ਆ ਗਿਆ, ਹੁਣ ਵੀ ਪ੍ਰੈਸ ਕਾਨਫਰੰਸ ਕਰਕੇ ਦਲਜੀਤ ਚੀਮਾ, ਭੂੰਦੜ ਉਹ ਜਿਵੇਂ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਅਕਾਲ ਤਖਤ ਨੂੰ, ਉਹ ਕੁਛ ਨਹੀਂ ਸਮਝਦੇ ਨੇ। ਹਾਲਾਂਕਿ ਦੂਸਰੇ ਪਾਸੇ 5 ਮੈਂਬਰੀ ਕਮੇਟੀ ਉਹਨਾਂ ਨੇ ਮੈਂਬਰਸ਼ਿਪ ਸ਼ੁਰੂ ਕਰ ਲਈ, ਨਹੀਂ ਕੀਤੀ, ਚਿੱਠੀ ਉਹਨਾਂ ਦੀ ਰਸੀਦ 'ਤੇ ਕੋਈ ਐਡਰੈਸ ਹੈ ਨਹੀਂ ਹੈ। ਸੋ ਉਹ ਤਾਂ ਉਹਨਾਂ ਨੇ ਜਾਂ ਹੋਲਾ ਮਹੱਲਾ ਦੇ ਮੌਕੇ ਦੇ ਉੱਤੇ ਜਿਵੇਂ ਸੀ ਕਿ ਜੀ ਉਹਨਾਂ ਨੇ ਇਕੱਠ ਕਰ ਲਿਆ, ਬਾਬੇ ਧੂਮੇ ਨੇ ਕਰ ਲਿਆ, ਉਹਨਾਂ ਨੇ ਡੇਟ ਦੇ ਦਿੱਤੀ ਕਿ ਜੀ ਇੰਨੀ ਤਰੀਕ ਤੱਕ ਰੀਇਨਸਟੇਟ ਕਰੋ, ਦੂਜਿਆਂ ਨੇ ਬਿਆਨ ਦੇ ਦਿੱਤੇ। ਮਤਲਬ ਇਹ ਹੈ ਵੀ ਉਹਨਾਂ ਨੇ ਇਸ ਵੇਲੇ ਸਿੱਖਾਂ ਨੂੰ ਧਾਰਮਿਕ ਪਲੇਟਫਾਰਮ ਦੇ ਉੱਤੇ ਉਸ ਲੈਵਲ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿਹਦੇ ਜਦੋਂ ਤੁਸੀਂ ਸਾਰੀਆਂ ਧਿਰਾਂ ਵੱਲ ਨਜ਼ਰ ਮਾਰੋਗੇ ਤਾਂ ਤੁਹਾਨੂੰ ਏਜੰਸੀਆਂ ਦੇ ਹੀ ਬੰਦੇ ਨਜ਼ਰ ਆਉਂਦੇ ਨੇ, ਭਾਵੇਂ ਪਿੱਛੇ ਲੱਗਣ ਵਾਲੇ ਜਾਂ ਦੂਜੇ ਇਮਾਨਦਾਰ ਹੋਣਗੇ, ਲੇਕਿਨ ਤੁਸੀਂ ਕਿਸੇ 'ਤੇ ਇਤਬਾਰ ਹੀ ਨਹੀਂ। ਹਾਂ, ਇਸ ਸਾਰੇ ਦਾ ਨਤੀਜਾ ਇੱਕ ਇਹ ਹੈ ਵੀ ਤੁਸੀਂ ਬੇਦਿਲ ਬੇਹਿੱਸ ਹੋ ਗਏ ਹੋ, ਨਾ ਤੁਹਾਡਾ ਅਕਾਲ ਤਖਤ ਸਾਹਿਬ ਵੱਲ ਜਾਂ ਜਿਹੜੀ ਇੱਕ ਹੋਪ ਜਨਰੇਟ ਹੁੰਦੀ ਔਰ ਜਿਵੇਂ ਸਿਸਟੇਮੈਟਿਕਲੀ ਅਕਾਲੀ ਦਲ ਨੂੰ ਡਿਸਟਰੋਏ ਕਰਨਾ ਹੀ ਮਿੱਥਿਆ ਉਹ ਸੁਖਬੀਰ ਬਾਦਲ ਰਾਹੀਂ ਕਰਵਾ ਰਹੇ ਨੇ, ਜਾਂ ਦੂਸਰਾ ਅਕਾਲ ਤਖਤ ਦੇ ਔਹ ਨੂੰ ਇੱਕ ਪਾਰਟ ਤਾਂ ਉਹ ਚੱਲ ਰਿਹਾ। ਬਿਲਕੁਲ। ਦੂਜਾ ਪੱਖ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ, ਕਦੇ ਕੰਗਣਾ ਰਣੌਤ ਹੁਣ ਤਾਂ ਕਿਤੇ ਗਾਇਬ ਹੈ, ਪਰ ਉਹੀ ਪਾਰਟ ਅਸੀਂ ਰਿਸ਼ੀਕੇਸ਼ 'ਚ ਦੇਖਿਆ। ਸਿੱਖ ਦੁਕਾਨਦਾਰਾਂ ਦੇ ਉੱਤੇ ਜਿਵੇਂ ਹਮਲੇ ਕਰਵਾਏ ਗਏ, ਉਹਦੀਆਂ ਵੀਡੀਓ ਦੂਜੇ ਤੀਜੇ ਕੋਈ ਕੇਸਾਂ ਤੋਂ ਘੜੀਸ ਰਿਹਾ ਜਾਂ ਦੂਜਾ, ਜਾਂ ਹੁਣ ਹੋਲੇ ਮਹੱਲੇ ਦੇ ਮੌਕੇ 'ਤੇ ਜਿਹੜੇ ਬਾਈਕਰ ਔਰ ਦੂਜੇ ਮਨੀਕਰਨ, ਕੁੱਲੂ, ਦੂਜੇ ਦੋ ਥਾਂ 'ਤੇ ਅੱਡ-ਅੱਡ ਘਟਨਾਵਾਂ, ਕਿਵੇਂ ਪੁਲਿਸ ਦੀ ਮੌਜੂਦਗੀ 'ਚ ਲੋਕਲ ਗੁੰਡੇ ਜਿਹੜੇ ਨੇ ਉਹ ਆ ਕੇ ਝੰਡੇ ਵੀ ਲਾ ਰਹੇ ਨੇ, ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਨੂੰ ਵੀ ਬੇਪਤ ਕਰ ਰਹੇ ਨੇ, ਗਾਲਾਂ ਵੀ ਕੱਢ ਰਹੇ ਨੇ, ਨਾਲ ਉਹ ਵੀਡੀਓ ਪਾ ਕੇ ਪ੍ਰਚਾਰ ਵੀ ਕਰ ਰਹੇ ਨੇ ਜੀ ਪੰਜਾਬ ਦੇ ਸਿੱਖ ਜਾਂ ਦੂਜੇ ਡਰੱਗੀ ਨੇ ਔਰ ਦੂਜੇ ਨੇ ਆ ਕੇ ਮਾਹੌਲ ਖਰਾਬ ਕਰ ਰਹੇ ਨੇ ਦੂਸਰੇ। ਸੋ ਮਤਲਬ ਹਿਮਾਚਲੀਆਂ ਦਾ ਜਿਨ੍ਹਾਂ ਦੀ ਰੋਟੀ ਰੋਜ਼ੀ ਇੱਥੇ ਨਾਲ ਜੁੜੀ ਹੋਈ ਹੈ ਪੰਜਾਬ ਨਾਲ, ਇਸ ਕਦਰ ਉਹਨਾਂ ਦਾ ਹੌਸਲਾ ਉੱਥੇ, ਹਾਲਾਂਕਿ ਕਾਂਗਰਸ ਦੀ ਹਕੂਮਤ ਹੈ, ਬੀਜੇਪੀ ਦੀ ਨਹੀਂ, ਲੇਕਿਨ ਇਹ ਸਾਰਿਆਂ ਦਾ ਤੁਸੀਂ ਜਿਹੜੇ ਕਰਨ ਵਾਲੇ ਨੇ ਦੇਖੋਗੇ ਤਾਂ ਇਹਨਾਂ ਦੀਆਂ ਜੜ੍ਹਾਂ RSS ਦੇ ਵਿੱਚ ਹੋਣਗੀਆਂ, ਉਹੀ ਜਿਹੜਾ ਇੱਕ ਪਾਰਟ ਚੱਲ ਰਿਹਾ। ਬਿਲਕੁਲ। ਦੂਸਰੇ ਪਾਸੇ ਕਿਉਂਕਿ ਭਗਵੰਤ ਮਾਨ ਜਾਂ ਕੇਜਰੀਵਾਲ ਦਿੱਲੀ 'ਚੋਂ ਫਾਰਗ ਹੋਇਆ, ਇੱਥੇ ਹਰ ਫਰੰਟ 'ਤੇ ਫੇਲ ਹੋਏ ਔਰ ਇੱਥੇ ਇਹਨਾਂ ਨੇ ਰੌਲਾ ਪਾ ਕੇ ਜੀ ਅਸੀਂ ਪੰਜਾਬ 'ਚੋਂ ਡਰੱਗਸ ਮੁਕਾਣੀਆਂ ਨੇ, ਮੁਹਿੰਮ ਸ਼ੁਰੂ ਕਰਤੀ ਜਾਂ ਫਲਾਣਾ। ਜੋ ਕੰਮ ਯੂਪੀ ਔਰ ਮੱਧ ਪ੍ਰਦੇਸ਼ ਬੀਜੇਪੀ ਸਰਕਾਰਾਂ ਕਰਦੀਆਂ ਨੇ ਉਹ ਪੰਜਾਬ 'ਚ ਇਹਨਾਂ ਨੇ ਬੁਲਡੋਜ਼ਰ ਲਿਆ ਕੇ ਕਿ ਜੀ ਇਹ ਡਰੱਗ ਲਾਰਡ ਹੈ ਅਤੇ ਫਲਾਣਾ ਘਰਾਂ ਨੂੰ ਢਾਣਾ। ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸੰਗਰੂਰ ਦੇ ਹਵਾਲੇ ਨਾਲ ਖਬਰ ਕੁਛ ਦਿਨ ਪਹਿਲਾਂ ਸੀ, ਹਾਊਸ ਆਫ ਡਰੱਗ ਟ੍ਰੈਫਿਕਰ ਰੇਜ਼ਡ ਇਨ ਸੰਗਰੂਰ। ਵੀ ਤੁਸੀਂ ਕੌਣ ਹੋ? ਇਹ ਤਾਂ ਹੁੰਦਾ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ ਲਾਅ ਸੀ ਕਿ ਜੀ ਪ੍ਰਾਪਰਟੀ ਅਟੈਚ ਕਰ ਲਈ ਜਾਂ ਬਾਅਦ 'ਚ ਨਿਲਾਮ ਕਰਤੀ, ਪਰ ਇਹ ਬਿਨਾਂ ਕਿਸੇ ਕਨਵਿਕਸ਼ਨ, ਜਿਹੜਾ ਕਿਸੇ ਨੂੰ ਕਨਵਿਕਟ ਕੀਤਿਆਂ ਤੁਸੀਂ ਕਿਵੇਂ ਕਿਸੇ ਦੇ ਘਰ ਨੂੰ ਆ। ਪਰ ਇਹ ਜਿਹੜਾ ਬੁਲਡੋਜ਼ਰ ਦਾ ਇਸਤੇਮਾਲ ਹੈ ਪੰਜਾਬ 'ਚ ਆਉਣ ਵਾਲੇ ਪੀਰੀਅਡ 'ਚ, ਇਹ ਖਾਲਿਸਤਾਨੀ ਐਕਟਿਵਿਸਟ ਨੂੰ ਵੀ ਔਰ ਦੂਸਰਿਆਂ ਨੂੰ ਵੀ ਸਾਇਲੈਂਟ ਕਰਨ ਲਈ ਕੀਤਾ ਜਾ ਰਿਹਾ। ਫਿਰ ਅਸੀਂ ਉਸ ਹਰਾਸਮੈਂਟ ਦੇ ਪਾਰਟ 'ਚੋਂ ਦੇਖਦੇ ਹਾਂ ਅਮਰੀਕਾ ਤੋਂ ਵਾਪਸ ਭੇਜੇ 11 ਡਿਪੋਰਟੀਆਂ ਨੂੰ ED ਨੇ ਭੇਜਿਆ ਸੰਮਨ। ਹੁਣ ਜਿਹੜੇ ਉਹ ਚੇਨਸ ਔਰ ਉਹਦੇ 'ਚ ਕਰਕੇ ਉੱਥੇ ਭੇਜੇ ਨੇ, ਉਹਨਾਂ 'ਚੋਂ ਉਹਨਾਂ ਨੇ ED ਵਾਲਿਆਂ ਨੇ ਸੰਮਨ ਭੇਜੇ ਵੀ ਆਓ ਦੱਸੋ
ਤੁਹਾਡੇ ਕੋਲ ਪੈਸੇ ਕਿੱਥੋਂ ਆਏ, ਤੁਸੀਂ 60 ਲੱਖ ਰੁਪਈਆ ਦੇ ਕੇ ਏਜੰਟਾਂ ਨੂੰ ਗਏ ਸੀ, ਉਹਨਾਂ ਪੈਸਿਆਂ ਦਾ ਕੀ ਹੈ ਔਰ ਕੀ ਨਹੀਂ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਅਸੀਂ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਹਰਿਆਣਵੀ ਬਈਏ ਨੇ ਜਿਹੜਾ ਰੋਡ ਦੇ ਨਾਲ 4 ਬੰਦਿਆਂ ਨੂੰ ਜ਼ਖਮੀ ਕੀਤਾ, ਗੁਰੂ ਰਾਮਦਾਸ ਰਾਜ 2 ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਉਹਦੀ ਸਟੋਰੀ ਗਾਇਬ ਹੋ ਗਈ। ਪਰ ਉਹ ਵਾਇਲੈਂਸ ਵਿਦਨ ਆ ਕੇ ਹੋਣਾ ਆਪਣੇ ਆਪ 'ਚ ਦੱਸਦਾ ਹੈ ਵੀ ਗੱਲ ਕਿਸ ਪਾਸੇ ਵੱਲ ਜਾ ਰਹੀ ਹੈ। ਹੁਣ ਅਸੀਂ ਜੇ ਦੇਖੀਏ ਕਿ ਵੀ ਇੱਕ ਘਟਨਾ ਪਟਿਆਲੇ ਨਾਲ ਸੰਬੰਧਿਤ ਹੈ ਕਿ ਇੱਕ ਫੌਜ ਦਾ ਸਰਵਿੰਗ ਕਰਨਲ ਬਾਠ ਆਪਣੇ ਲੜਕੇ ਔਰ ਆਪਣੀ ਵਾਈਫ ਦੇ ਨਾਲ ਕਿਸੇ ਢਾਬੇ ਦੇ ਬਾਹਰ, ਰੈਸਟੋਰੈਂਟ ਦੇ ਬਾਹਰ ਸੀ ਔਰ ਪੁਲਿਸੀਏ 2 ਇੰਸਪੈਕਟਰ ਕੇ ਉਹਨਾਂ ਦੇ ਅਫਸਰ ਆਏ, ਪਾਰਕਿੰਗ ਨੂੰ ਲੈ ਕੇ ਕਰਕੇ ਉਹਨਾਂ ਦੀ ਉਹ ਕੁਟਾਈ ਕੀਤੀ ਪਿਓ ਦੀ ਵੀ, ਉਹਨੂੰ ਕਹਿੰਦਾ ਤੁਹਾਡਾ ਐਨਕਾਊਂਟਰ ਬਣਾ ਦੇਵਾਂਗੇ ਔਰ ਉਹ ਰੌਲਾ ਪੈ ਗਿਆ। ਉਹ ਕਰਨਲ ਸਰਵਿੰਗ ਸੀ। ਹੁਣ ਇਹ ਹੋਇਆ ਕਿ ਜੀ ਖਬਰ ਤਾਂ ਇਹੀ ਸੀ, ਕਰਨਲ ਇਜ਼ ਸਨ ਬਰੂਟਲੀ ਥ੍ਰੈਸ਼ਡ ਬਾਈ ਪਟਿਆਲਾ ਪੁਲਿਸ ਇਨ ਸਿਵਿਲੀਅਨ ਕਲੋਥਸ, 3 ਇੰਸਪੈਕਟਰਸ ਅਮੰਗ 12 ਕਾਪਸ, 12 ਸਿਪਾਹੀਆਂ ਨੇ ਉਹਨਾਂ ਨੂੰ ਪਿਓ ਪੁੱਤਰ ਨੂੰ ਮਾਰੇ ਸਰਵਿੰਗ ਕਰਨ। ਦੇਖੋ ਹੁਣ ਜਦੋਂ ਰੌਲਾ ਪਿਆ, ਡੀਜੀਪੀ ਨੇ ਸਸਪੈਂਡ ਕੀਤਾ ਕਿ ਜੀ ਉਹਨਾਂ ਦੀ ਅਸੀਂ ਪ੍ਰੋਬ ਕਰਾਂਗੇ ਔਰ ਦੂਜਾ, ਪਰ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ ਸਾਨੂੰ ਧਮਕੀ ਦੇ ਰਿਹਾ ਸੀ ਕਿ ਵੀ ਅਸੀਂ ਤੁਹਾਡਾ ਮੁਕਾਬਲਾ ਬਣਾ ਦਿਆਂਗੇ। ਔਰ ਆਲਰੇਡੀ ਇਹ ਉਹ ਗਰੁੱਪ ਸੀ ਜਿਹੜਾ ਕਿ ਮੁਕਾਬਲਾ ਬਣਾ ਕੇ ਆ ਰਹੇ ਸੀ। ਹੁਣ ਇੱਕ ਘਟਨਾ 4-5 ਦਿਨ ਪਹਿਲਾਂ ਹੋਈ ਕਿ ਜੀ ਮੰਦਿਰ ਦੇ ਬਾਹਰ ਕਿਸੇ ਨੇ ਗ੍ਰਨੇਡ ਸੁੱਟਿਆ। ਹੁਣ ਸਾਨੂੰ ਤਾਂ ਇਹ ਹੈ ਕਿ ਵੀ ਇਹੀ ਕੰਮ ਆਪਣੇ ਹੀ ਇਹਨਾਂ ਦੇ ਕਰਨ ਵਾਲੇ ਨੇ, ਪੰਜਾਬ 'ਚ ਇਸ ਕਿਸਮ ਦਾ ਮਾਹੌਲ ਬਣਾ ਰਹੇ ਨੇ। ਹੁਣ ਇਹ ਇਸ ਲੈਵਲ ਤੱਕ ਐਨਕਾਊਂਟਰ ਸ਼ੁਰੂ ਹੋ ਗਏ। ਇਹਨਾਂ ਨੇ ਨਾਲ ਦੀ ਨਾਲ ਇਹ ਕਹਿ ਦਿੱਤਾ ਕਿ ਅੰਮ੍ਰਿਤਸਰ ਟੈਂਪਲ ਬਲਾਸਟ ਸਸਪੈਕਟ ਕਿਲਡ ਇਨ ਪੁਲਿਸ ਐਨਕਾਊਂਟਰ, ਕਿ ਜੀ ਜਿਹਨੇ ਗ੍ਰਨੇਡ ਸੁੱਟਿਆ ਸੀ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਔਰ ਉਹਦੇ ਨਾਲ ਇੱਕ ਹੋਰ ਬੰਦਾ ਬੈਠਾ ਸੀ, ਪੁਲਿਸ ਚੌਂਕੀ ਤੇ ਫਲਾਣੀ ਚੋਂ ਗੁਜ਼ਰਿਆ, ਉਸ ਨੂੰ ਘੇਰ ਲਿਆ ਗਿਆ ਔਰ ਉਸ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਗਈਆਂ, ਉਹਨੇ ਗੋਲੀਆਂ ਚਲਾਈਆਂ, ਜਵਾਬੀ ਚਲਾਈ, ਉਹ ਮੌਕੇ ਦੇ ਉੱਤੇ ਢੇਰ ਹੋ ਗਿਆ। ਹੁਣ ਇਹਨਾਂ ਦਾ ਇਹ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਉਹ ਦੱਸਦਾ ਵੀ ਕਿਹਦੇ ਕਹਿਣ ਤੇ ਉਹ ਕਰ ਰਿਹਾ, ਉਹਨਾਂ ਨੇ ਉਹ ਨਾਰੇ ਬਾਂਸ ਨਾ ਵਜੇ ਬੰਸਰੀ, ਉਸ ਨੂੰ ਮਾਰ ਹੀ ਦਿੱਤਾ ਉਹਨਾਂ ਨੇ। ਐਨਕਾਊਂਟਰ ਦੀ ਲਾਈਨ ਸ਼ੁਰੂ ਹੋ ਗਈ। ਔਰ ਦੂਸਰੇ ਪਾਸੇ ਹੁਣ ਅੱਜ ਪੰਜਾਬ ਦਾ ਡੀਜੀਪੀ ਜਿਹੜਾ ਗੌਰਵ ਯਾਦਵ ਵਿਲ ਟੀਚ ਗੁੱਡ ਲੈਸਨ ਟੂ ISI। ਹੁਣ ਇਹ ਗੌਰਵ ਯਾਦਵ ਕਹਿ ਰਿਹਾ ਕਿ ISI ਜਿਹੜੀ ਹੈ ਉਹ ਇੰਟਰਫੀਅਰ ਕਰ ਰਹੀ ਹੈ ਪੰਜਾਬ 'ਚ ਔਰ ਅਸੀਂ ਵਾਰ ਅਗੇਂਸਟ ਡਰੱਗ ਸ਼ੁਰੂ ਕੀਤੀ ਹੈ ਔਰ ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਚੰਗਾ ਸਬਕ ਸਿਖਾਵਾਂਗੇ। ਹੁਣ ਜਦੋਂ ISI ਵਿੱਚ ਆ ਜਾਏ, ਐਨਕਾਊਂਟਰ ਆ ਜਾਣ, ਪੁਲਿਸ ਗੁੰਡਾਗਰਦੀ ਆ ਜਾਏ, ਗਵਾਂਢੀ ਮੁਲਕਾਂ, ਹੁਣ ਇਸ ਸਾਰੇ 'ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਲਰੇਡੀ ਪੰਜਾਬ 'ਚ ਸਿੱਖਾਂ ਦੀ ਪਰਸੀਕਿਊਸ਼ਨ ਦਾ ਦੌਰ ਵੀ ਤੇਜ਼, ਆਉਣ ਵਾਲੇ ਪੀਰੀਅਡ ਐਨਕਾਊਂਟਰ ਵੀ, ਬੁਲਡੋਜ਼ਰ ਵੀ ਲੈ ਆਏ ਨੇ ਕਿ ਭਾਈ ਘਰ ਢਾਣੇ ਨੇ। ਔਰ ਇਸ ਸਭ ਦੇ ਚੱਲਦਿਆਂ ਜਿਹੜੀ ਧਿਰ ਪੰਜਾਬ ਦੇ ਵਿੱਚ ਕਦੇ ਅਕਾਲੀ ਦਲ ਜਾਂ ਸਿੱਖ ਪਾਰਟੀ ਦੇ ਤੌਰ 'ਤੇ ਬਾਕੀਆਂ ਦੇ ਹੱਕਾਂ ਲਈ ਖਲੋਣ ਵਾਲੇ ਸੀ, ਉਹਨਾਂ ਨੂੰ ਦੂਸਰੇ ਪਾਸੇ ਲਾਇਆ ਹੋਇਆ ਹੈ। ਇਹ ਹੈ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਪੰਜਾਬ ਦੀ ਮੁਕੰਮਲ ਬਰਬਾਦੀ ਔਰ ਤਬਾਹੀ ਦਾ ਜਿਹੜਾ ਏਜੰਡਾ ਹੈ ਉਹ ਏਜੰਸੀਆਂ ਕਿਵੇਂ ਲਾਗੂ ਕਰ ਰਹੀਆਂ। ਸੋ ਸਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਐਂਡ ਧਰਮ ਸਿੰਘ ਜੀ ਵੀ और गुरदेव नन्नड़ जी भी और सोनमैल जी भी, फिर जसकीरत सिंह जी और सतनाम औजला जी, फिर इसी तरह गोविंदर मान जी और शाबले जी भी और नीला बाबा जी भी और जसवीर सिंह बराड़ जी भी, फिर इसी तरह जैसलीन जस जी भी और जरनैल सिंह जी भी, संतोख सिंह जी भी, राजनप्रीत सिंह जी भी और सिंह जी भी, और फिर इसी तरह मोहम्मद याकूब जी भी और फिर इसी तरह अमन सिंह खालसा जी भी। सब सानू फतेह बुलाते ने और खालसा जिंदाबाद कहते हैं। एंड मोहम्मद याकूब जी कहते हैं कि जी मोहतरमा डॉक्टर साहब, मैं आपका प्रोग्राम देख रहा हूँ और मेरी मालूमात में अफीज़ा हो रहा है, यानी कि हाँ जी ठीक है जी। और इसी तरह फिर हाँ जी और न्यू आइज भी सानू देख रहे ने भी, खालसा जिंदाबाद कहते हैं गुरजीत सिंह जी भी, और फिर इस तरह मोहम्मद याकूब जी होरां दे काफ़ी सारे मैसेज ने। बहुत शुक्रिया याकूब साहब, तुहाडा तुसीं प्रोग्राम ते आंदे भी हो और बड़े पॉजिटिव मैसेज। हाँ जी फिर इस तरह जतिंदर सिंह जी भी और जगूब जी भी कहते हैं कि जी 26 अप्रैल ਨੂੰ ਜਿਹੜੀ ਆਪਣੀ ਸਿੱਖੜੇ ਪਰੇਡ ਹੋ ਰਹੀ ਹੈ ਉਸ ਤੇ ਜ਼ਰੂਰ ਪਹੁੰਚੋ ਸਾਰੇ ਜਣੇ।
ਔਰ ਕਸ਼ਮੀਰ ਬਾਰੇ ਵੀ ਕਹਿ ਰਹੇ ਨੇ ਔਰ ਭਾਰਤ ਬਾਰੇ ਵੀ ਕਹਿ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਜਗਦੀਪ ਸਿੰਘ ਜੀ ਵੀ ਕਹਿੰਦੇ ਮੇਰੇ ਖਿਆਲ ਕਰੈਕਟ ਕਰਾ ਰਹੇ, ਲੱਖੀ ਸ਼ਾਹ ਵਣਜਾਰਾ ਔਰ ਮੱਖਣ ਸ਼ਾਹ ਲੁਬਾਣਾ। देखो वणजारा तो एक जनरल टर्म है, हालांकि लखी शाह और बाबा मक्खन शाह जिवें मैं हिस्ट्री च पढ़िया एक क्लोज रिश्तेदार भी सन एक दूसरे जी दे। हाँ जी, सो वणजारा लफज इन जनरल है ट्राइब का, क्योंकि वणज करते सी, और लुबाणा शायद लोह बाणे दे नाल जुड़िया होया लफज कई थां ते ਇਹ ਹੁੰਦਾ ਹੈ, क्योंकि गुरु हरगोबिंद साहब ਦੀ फौज ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਪਹਿਲੀ ज्वाइनिंग ਹੁੰਦੀ ਹੈ ਵਣਜਾਰਾ ਕਬੀਲਿਆਂ 'ਚ जी। और अमरजीत सिंह निज्जर जी भी और इसी तरह सुखजीवन बच्चू जी भी और मोहम्मद याकूब जी भी और राजविंदर सिंह जी भी फतेह बुलाते हैं। और कहते डॉक्टर साहब एज हैड ऑफ इंटैलीजेंस imagine how much she knows about these killers and dealing with them। ਰਾਜਵਿੰਦਰ ਸਿੰਘ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਲੈਟ ਵੀ ਵੇਟ ਟੂ ਸੀ ਕਿ ਵੀ ਕਿਉਂਕਿ ਟਰਾਇਲ ਤਾਂ ਉਹਦਾ ਜਾ ਰਿਹਾ ਔਰ ਇਹਦੇ 'ਚ ਉਹਨਾਂ ਨੇ ਆਪਣਾ ਰੋਣਾ ਰੋਇਆ, ਲੇਕਿਨ ਇੱਥੋਂ ਦੇ ਸਿਸਟਮ 'ਚ ਇਵੇਂ ਨਹੀਂ ਹੁੰਦਾ ਕਿ ਕੋਈ ਮਨ ਮਰਜ਼ੀ ਚਲਾਏ, ਪਰ ਲੈਟ ਵੀ ਵੇਟ ਐਂਡ सी। हाँ जी। और इसी तरह मोहम्मद याकूब जी कहते हमारी साउथ इंडिया से कोई दुश्मनी नहीं है। और हाँ जी, निहंग सिंह जी भी कहते डॉक्टर साहब ਵਾਸੂਦੇਵ ਕਟੁੰਬ ਵੀ ਕੀਤਾ ਸੀ। ਕਿਹਾ ਸੀ, ਹਾਂਜੀ ਕਿਹਾ ਸੀ। ਇਹ ਤਾਂ ਹੁਣ ਹਰ ਥਾਂ ਹੀ ਵਾਸੂਦੇਵ ਕਟੁੰਬਾ। ਔਰ ਸਤਨਾਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ ਬੜੇ ਪਿਆਰ ਦੇ ਨਾਲ। ਔਰ ਫਿਰ ਕਹਿੰਦੇ ਦਿੱਲੀ ਦੇ ਭਾਈ ਵੀਰ ਸਿੰਘ ਸਦਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ। ਔਰ ਇਹ ਸਾਰਾ ਸਰਕਾਰੀ ਟੋਲਾ ਇਕੱਠਾ ਹੋਇਆ ਹੈ। ਭਾਈ ਵੀਰ ਸਿੰਘ ਬਹੁਤ ਵੱਡਾ ਨਾਂ ਸੀ, ਪਰ ਇਹ ਸਦਨ ਤੇ ਦੂਜੇ ਤੀਜੇ ਦੇ ਸਭ ਉਹ ਸਰਕਾਰੀ ਕਿਸਮ ਦੇ ਲੋਕ ਨੇ ਬੜੇ ਹੋਏ ਵਿੱਚ। ਹਾਂਜੀ। ਫਿਰ ਜਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਜਸਟ ਇਨ ਕੇਸ ਆਫ ਇੰਡੀਆ ਪਾਕਿਸਤਾਨ ਫੁੱਲ ਸਕੇਲ ਆਫ ਵਾਰ USA ਕਿਸਕਾ ਸਾਥ ਦੇਗਾ, ਤੁਹਾਡਾ ਕੀ ਖਿਆਲ ਹੈ? ਇਹ ਹੁਣ ਕੁਝ ਨਹੀਂ ਕਹਿ ਸਕਦੇ ਇਹਨਾਂ ਦਾ, ਅਜੇ ਇਹਨਾਂ ਨੇ ਆਪਣੇ ਕਾਰਡ ਰਿਵੀਲ ਕਰਨੇ ਨੇ ਵੀ ਇਹਨਾਂ ਨੇ ਕੀ ਕਰਨਾ। ਜਸਵੀਰ ਸਿੰਘ ਬਰਾੜ ਜੀ ਵੀ, ਫਿਰ ਇਸੇ ਤਰ੍ਹਾਂ ਪੰਨੂ ਜੀ ਵੀ, ਫਿਰ ਸਿੰਘਰਚਾ ਜੀ ਵੀ ਔਰ ਨੂਪਾ ਜੀ। ਇਹ ਮੇਰੇ ਖਿਆਲ ਕਹਿੰਦੇ ਨੇ ਕੋਈ ਮੇਰੇ ਖਿਆਲ ਵਾਰਦਾਤ ਹੋਈ ਹੈ ਔਰ ਕਹਿੰਦੇ ਇਹਨਾਂ ਨੇ ਕੁੱਟਿਆ ਹੈਗਾ ਇਹਨਾਂ ਨੂੰ, ਆਪਣੇ ਸਿੱਖਾਂ ਨੂੰ ਸਾਈਕਲਾਂ ਤੋਂ। ਉਹੀ ਅਸੀਂ ਜ਼ਿਕਰ ਕੀਤਾ ਮਨੀਕਰਨ ਕੁੱਲੂਵਾਦ ਵਿੱਚ। ਬਿਲਕੁਲ। ਬਿਲਾਲ ਅਹਿਮਦ ਜੀ ਵੀ ਸਾਨੂੰ ਦੇਖ ਰਹੇ ਨੇ, ਕਹਿੰਦੇ ਸਲਾਮ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ ਵੈਲਕਮ ਬੈਕ, hope so your weekend is good। बहुत शुक्रिया, थैंक यू सो मच। और फिर इसी तरह परमिंदर जी भी और चरणजीत कौर जी भी, फिर इसी तरह गुरमुख सिंह जी भी, रियलिटी ग्रेट एनालिसिस ऑसम डॉक्टर साहब लाजवाब शो। और मोहम्मद यूनुस जी भी कहते हैं कि डॉक्टर अमरजीत सिंह जी, नीलम कौर जी को सलाम ਇਹ ਅਦਾ ਹੋਰ ਲਾਹੌਰ ਤੋਂ ਸਾਨੂੰ ਦੇਖ ਰਹੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ। ਰਹਿਮਾਨ ਕਿ ਜੀ ਵੀ ਸਾਨੂੰ ਕਹਿੰਦੇ ਖਾਲਸਾ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ, ਪਾਕਿਸਤਾਨੀ ਭਾਈ ਭਾਈ। और बिलाल जी भी कुछ कहना चाहते हैं, कहते हैं 16 लॉकडाउन लोगों को टारगेट करके मारने की लिस्ट भी मिली है। पाकिस्तान मीडिया ने खबर नहीं दी, बट लाहौर ने इसका ऑपरेशन ज़रूर किया होगा, कुछ लोग भी। हाँ जी। हाँ नहीं बिलाल जी, ਹੁਣ ਤੱਕ ਕਿਉਂਕਿ ਪਾਕਿਸਤਾਨ ਐਡਮਿਟ ਹੀ ਕਰਨ ਨੂੰ ਤਿਆਰ ਨਹੀਂ ਸੀ। ਕਿਲਿੰਗਸ ਤਾਂ ਇਹ ਟਾਰਗੇਟ ਕਿਲਿੰਗਸ ਤਾਂ ਕਰ ਹੀ ਰਹੇ ਸੀ, ਪਰ ਹੁਣ ਇੱਕ ਚੰਗੀ ਗੱਲ ਹੈ ਕਿ ਬਈ ਪਾਕਿਸਤਾਨ ਦੀ ਫੌਜ ਔਰ ਉਹਨਾਂ ਦੇ ਡਿਸੀਜਨ ਮੇਕਰਸ ਖੁੱਲ੍ਹ ਕੇ ਸਾਹਮਣੇ ਆਏ ਨੇ ਔਰ ਇੰਡੀਆ ਨੂੰ ਉਹਨਾਂ ਨੇ ਜਿਹੜਾ ਉਹ ਠੀਕ ਐਕਿਊਜ਼ ਕੀਤਾ ਕਿ ਉਹ ਟਾਰਗੇਟਡ ਕਿਲਿੰਗਸ ਕਰ ਰਹੇ। ਸੋ ਇਹ ਬੜਾ ਜ਼ਰੂਰੀ ਸੀ। ਹਾਂਜੀ। ਔਰ ਸਰਪੰਚ ਜਸ ਗਿੱਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਆਪਾਂ ਇੰਡੀਅਨ ਆਰਮੀ ਤੋਂ ਦੇਖ ਰਹੇ ਹਾਂ। ਔਰ ਕੁਲਦੀਪ ਕੌਰ ਜੀ ਵੀ, ਕਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਨੀਲਮ ਕੌਰ ਐਂਡ ਦ ਰੈਸਟ ਆਫ ਦਾ TV 84 ਟੀਮ, ਦਿਸ ਇਜ਼ ਦਾ ਵਨ ਆਫ ਬੈਸਟ TV ਚੈਨਲ ਫॉर ਟੂ ਗੈਟ ਨੌਲੇਜ। ਔਰ ਕ੍ਰੇਜ਼ੀ ਵੀ, ਔਰ ਪਲਜੀਤ ਵਰਾਜ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ, ਰਾਈਜ਼ਿੰਗ ਸਨ ਜੀ ਵੀ, ਬੈਸਟ ਆਫ ਬੈਸਟ ਟੀਮ TV 84। ਸਰਪੰਚ ਜਸ ਗਿੱਲ ਜੀ ਬਟਾਲੇ ਤੋਂ ਖਾਲਸਾ ਜ਼ਿੰਦਾਬਾਦ, ਬਲਿਹਾਰ ਸਿੰਘ ਕੰਗ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਨ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।